खास तौर पर पंजाब दे नाल संबंधित ने जिहड़ियां वो वख-वख गल्लां आईयां ते कई ऐसियां अहम गल्लां ने जिहदे उत्ते मैं समझदा कल्ला एक पासा नहीं, ਉਹਦੇ ਪਿੱਛੇ अलग-अलग गल्लां ने जिहड़ियां वो लोकां दे कोल जाणियां चाहीदियां, आउणियां चाहीदियां। देखो, मैं एक गल मैं जरूर मनदा भी जिथे साडी कमी रही आ, देखो एक सरकार हुंदी आ, सरकार दे विच जदों कोई भी आपां SIT बनाती, SIT बनाउण तो बाद ਉਹਦੇ मैंबर लग गए ते वो भी इन्नी अहम श्री गुरु ग्रंथ साहब दी बेअदबी दा मामला जिहड़ा है ਉਹਦੇ उत्ते जांच होवे ते ये गल्लां क्यों आउण, ये किहदी कमी आ, ये जरूर ऑफिसर खास तौर पर मुख्यमंत्री तो हैड करदे ही करदे आ सारा कुछ नूं, पर संबंधित ऑफिसर चाहे वो DGP होण चाहे वो होर कोई होण, वो ये गल आपां नूं एडियां वड्डियां आपां सरकारां चलाउने अज आपां ये गल कह रहे आ कोर्ट भी इहदे उत्ते जी कल्ले SIT दे एक मैंबर दी ਉਹਦੇ साइन ने, तुसीं रिपोर्ट क्यों जाण दित्ती जी कल्ले साइन ते उन्हां दी? ये जिम्मेवारी किहदी बनदी है? ये जिम्मेवारी साडी है। ਜਿਹੜੇ ਚਾਹੇ ਇਹਦੇ ਵਿੱਚ SSP ਰੈਂਕ ਦੇ, ਚਾਹੇ DGP ਰੈਂਕ ਦੇ, ਚਾਹੇ SP ਰੈਂਕ ਦੇ ਜਿਹੜੇ ਵੀ ਮੈਂਬਰ ਸੀ ਉਹ ਕਿਉਂ ਮੈਂਬਰ ਪਿੱਛੇ ਹਟੇ, ਉਹਨਾਂ ਦੇ ਸਾਈਨ ਕਿਉਂ ਨਹੀਂ ਤੁਸੀਂ ਕਰਵਾਏ? ਦੂਜੀ ਗੱਲ ਇਹ ਤਾਂ ਹੀ ਮੈਂ ਕਹਿਣਾ ਨਾ ਵੀ ਇਹਦੇ ਉੱਤੇ ਬਹੁਤ ਲਾਜ਼ਮੀ ਇਨਕੁਆਇਰੀ ਹੋਣੀ ਚਾਹੀਦੀ ਹੈ। ਹਰ ਇਹ ਆਫੀਸਰ ਜਾਂ ਤਾਂ ਗੱਲ ਆ ਜਿਹੜੀ ਉਹ ਪਹੁੰਚਾਉਂਦੇ ਨਹੀਂ ਰਹੇ ਕਿਤੇ ਨਾ ਕਿਤੇ, ਜਿਹੜੀ ਅਸੀਂ ਕਹਿੰਦੇ ਆ ਇਹਨਾਂ ਦੇ ਉੱਤੇ ਮੈਂ ਸਮਝਦਾ ਸਭ ਤੋਂ ਵੱਡੀ ਇਨਕੁਆਇਰੀ ਇਹਨਾਂ ਤੇ ਮਾਰਕ ਹੋਣੀ ਚਾਹੀਦੀ ਹੈ ਬਈ ਇਹ ਜਦੋਂ ਇੱਕ ਡਿਸਪਲਿਨਡ ਫੋਰਸ ਆ, SIT ਮੀਨਸ ਅਧੀਨ DGP, ਜਦੋਂ ਵੀ ਕੋਈ ਕੋਰਟ ਦੇ ਵਿੱਚ ਚੀਜ਼ ਜਾਂਦੀ ਆ ਉਦੋਂ ਪਹਿਲਾਂ ਜਿਹੜੇ ਵੀ ਉਹ IG ਰੈਂਕ ਦੇ ਆਫੀਸਰ ਉਹ DGP ਨੂੰ ਰਿਪੋਰਟ ਕਿਉਂ ਨਹੀਂ ਉਹਨਾਂ ਨਾਲ ਸਾਂਝੀ ਕੀਤੀ? ਕਿਉਂ ਨਹੀਂ ਉਹਨਾਂ ਨੇ ਇਹ ਦੱਸਿਆ ਵੀ ਬਾਕੀ ਮੈਂਬਰ ਸਾਈਨ ਨਹੀਂ ਕਰ ਰਹੇ? ਜੇ ਬਾਕੀ ਮੈਂਬਰ ਇਹਨਾਂ ਨਾਲ ਨਹੀਂ ਸਹਿਮਤ ਸੀ ਤਾਂ ਫਿਰ ਕਿਉਂ ਨਾ SIT ਦੇ ਮੈਂਬਰ ਇਹ ਜਿਹੜੇ IG ਨੇ ਇਹ ਕਿਉਂ ਨਾ ਬਦਲੇ ਜਦੋਂ ਬਾਕੀ ਇਹਨਾਂ ਨਾਲ ਸਹਿਮਤ ਨਹੀਂ ਸੀ? ਅੱਜ ਇਹ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਵੀ ਜਾਂ ਇਹਨਾਂ ਨੇ ਸਾਈਨ ਕਰਵਾਏ ਨਹੀਂ ਜਾਂ ਉਹਨਾਂ ਨੇ ਸਾਈਨ ਕੀਤੇ ਨਹੀਂ। ਇਹ ਦੇਖਣਾ ਕੰਮ ਤਾਂ ਆਪਣਾ ਸੀ। ਅੱਜ ਉਂਗਲੀਆਂ ਚੱਕ ਰਹੇ ਆ, ਅੱਜ ਉਹ ਜਿਹੜੇ ਦੋਸ਼ੀ ਉਹ ਇਸ SIT ਨੂੰ ਇਹ ਕਹਿਣ ਵੀ ਇਹ ਕਾਂਗਰਸ ਦੀ SIT ਹੈ। ਉਹ ਬਈ ਜਿਹਦੀ ਵੀ ਸਰਕਾਰ ਹੋਏਗੀ SIT ਤਾਂ ਉਹੀ ਬਣਾਏਗਾ, ਉਹੀ ਮੁੱਖ ਮੰਤਰੀ ਉਹ ਬਣਾਏਗਾ, ਜਿਹਦੀ ਵੀ ਗਵਰਨਮੈਂਟ ਹੋਏਗੀ, ਚਾਹੇ ਉਹ ਜਸਟਿਸ ਰਣਜੀਤ ਸਿੰਘ ਕਮਿਸ਼ਨ ਸੀ ਚਾਹੇ SIT ਹੋਵੇ। ਤੇ ਇਸ ਕਰਕੇ ਇਹ ਮੌਕਾ ਕਿਉਂ ਦਿੱਤਾ ਤੇ ਜਿਨ੍ਹਾਂ ਨੇ ਦਿੱਤਾ, ਮੈਂ ਇਹ ਮੰਗ ਕਰਦਾ ਵੀ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ। ਕਿਉਂ ਨਹੀਂ ਇਹ ਗੱਲ ਚੈੱਕ ਕੀਤੀ ਗਈ ਵੀ ਕੀ ਡਿਫਰੈਂਸਿਸ ਆ ਰਹੇ ਆ, ਕਿਉਂ ਡਿਫਰੈਂਸਿਸ ਆ ਰਹੇ ਨੇ, ਕਿਉਂ ਇੱਕ ਅਫਸਰ ਆ ਜਿਹੜਾ ਉਹ ਸਾਰਿਆਂ ਨੂੰ ਨਾਲ ਲੈ ਕੇ ਨਹੀਂ ਚੱਲ ਰਿਹਾ? ਜੇ ਨਹੀਂ ਨਾਲ ਲੈ ਕੇ ਚੱਲ ਰਿਹਾ ਤਾਂ ਬਦਲਿਆ ਕਿਉਂ ਨਹੀਂ ਗਿਆ? ਦੂਜੀ ਗੱਲ, ਅੱਜ ਮੈਨੂੰ ਇਹ ਦੱਸੋ 9 ਜਿਮਨੀਆਂ ਉਹਨੇ ਜਿਹੜੀਆਂ ਫਾਈਲ ਕੀਤੀਆਂ ਕੋਰਟ 'ਚ, ਜਿਨ੍ਹਾਂ ਨੇ ਹਾਈ ਕੋਰਟ ਨੇ ਇਹ ਕਹਿਤਾ ਵੀ ਇਹ ਸਭ ਖਾਰਿਜ, ਤੇ 10ਵੀਂ ਜਿਹੜੀ ਜਿਮਨੀ ਆ ਜਿਹਦੇ ਵਿੱਚ ਉਹ ਕਹਿ ਰਹੇ ਆ ਵੀ ਬਾਦਲਾਂ ਦੇ ਨਾਂ ਨੇ, ਉਹ ਪੁਲਿਸ ਦੇ ਕੋਲ ਤਾਂ ਹੈ। ਉਹ ਬੇਸ਼ੱਕ ਤੁਸੀਂ ਕੋਰਟ 'ਚ ਨਹੀਂ ਦਿੱਤੀ ਪਰ ਤੁਹਾਡੇ ਕੋਲ ਤਾਂ ਰਿਪੋਰਟ ਹੈਗੀ ਆ, ਉਹ ਤੁਸੀਂ ਉਹਨੂੰ ਜਨਤਕ ਕਰੋ। ਉਹ ਤਾਂ ਕੋਰਟ ਪ੍ਰਾਪਰਟੀ ਨਹੀਂ ਗਈ। ਜਿਹੜੀ ਇਹ SIT ਨੇ, ਕੁਮਰ ਵਿਜੇ ਪ੍ਰਤਾਪ ਦੀ SIT ਨੇ ਜਿਹੜੀ 10ਵੀਂ ਜਿਮਨੀ ਆਖਰੀ ਰਿਪੋਰਟ ਜਿਹੜੀ ਫਾਈਲ ਕਰਨੀ ਸੀ, ਜਿਹੜੀ ਕਿ ਨਹੀਂ ਹੋਈ, ਉਦੋਂ ਪਹਿਲਾਂ ਹੀ ਖਾਰਿਜ ਕਰਤੀ। ਉਹ ਐਸਾ ਕੀ ਆ ਰਿਪੋਰਟ ਦੇ ਵਿੱਚ ਜਿਹੜੀ ਇਹ ਸਾਰਾ ਕੁਝ ਕੋਰਟ ਨੇ ਉਹ ਉਦੋਂ ਪਹਿਲਾਂ 9 ਦੀਆਂ 9 SIT ਦੀਆਂ ਜਿਮਨੀਆਂ ਹੈ ਜਿਹੜੀਆਂ ਉਹਨੂੰ ਰੱਦ ਕਰਤਾ ਤੇ SIT ਵੀ ਰੱਦ ਕਰਤੀ। ਆਖਿਰ ਜਿਹੜੀ 10ਵੀਂ ਉਹ ਕਹਿ ਰਹੇ ਆ, ਤੇ 10ਵੀਂ ਤੋਂ ਜਿਹੜੇ ਥੱਲੇ ਆਫੀਸਰ IG ਦੇ ਆਫੀਸਰ ਥੱਲੇ ਉਹਦੇ ਹੋਰ DSP, ਇੰਸਪੈਕਟਰ, ASI ਬਹੁਤ ਕੰਮ ਕਰ ਰਹੇ ਸੀਗੇ, ਜਿਹੜੇ ਛਾਣਬੀਨ ਕਰ ਰਹੇ ਸੀ। ਉਹ ਜਿਹੜੀ 10ਵੀਂ ਜਿਮਨੀ ਆ ਉਹਨੂੰ ਓਪਨ ਕੀਤਾ ਜਾਵੇ, ਉਹਨੂੰ ਲੋਕਾਂ ਦੇ ਮੂਹਰੇ ਜਨਤਕ ਕੀਤਾ ਜਾਵੇ ਵੀ ਕੀ ਉਹਦੇ ਵਿੱਚ ਸੀ। ਆਖਰ ਕੱਲ ਨੂੰ ਜੇ ਵਿਜੇ ਕੁਮਰ ਪ੍ਰਤਾਪ IG ਆ ਜਿਹੜੇ ਉਹ ਜਨਤਕ ਕਰਨਗੇ ਤਾਂ ਸਾਡੀ ਪੁਲਿਸ, ਸਾਡੀ ਸਰਕਾਰ ਕਿਉਂ ਨਾ ਉਹ 10ਵੀਂ ਜਿਮਨੀ ਨੂੰ ਜਨਤਕ ਕਰੇ? ਇਹ ਦੋ ਚੀਜ਼ਾਂ
ਤੇ ਇਹ ਕਿਵੇਂ ਹੋ ਸਕਦਾ ਹੈ ਤੇ ਕਿਉਂ ਹੋਇਆ? ਇਹ ਜਿਹੜਾ ਸਾਈਨਾਂ ਦਾ ਵਿਵਾਦ ਆ, ਆਖਰ ਇਸੇ ਕਰਕੇ ਹੀ ਇਹ ਗੱਲ ਆ ਜਿਹੜੀ ਕੋਰਟ ਨੇ ਇਹ ਪੁਆਇੰਟ ਤੇ ਜਿਹੜੀ ਆ ਸਾਡਾ ਸਾਰਾ 3.5 ਸਾਲ ਦੀ ਮਿਹਨਤ ਆ ਉਹ ਜਾਇਆ ਚਲੀ ਗਈ। ਤੇ ਕਿਉਂ ਨਹੀਂ ਇਹ ਆਫੀਸਰ ਸਹਿਬਾਨਾਂ ਨੇ ਜਾਂ ਜਿਹੜੇ ਕਾਨੂੰਨੀ ਮਾਹਰ ਸੀ ਜਾਂ ਜਿਹੜਾ ਵੀ ਆਫਿਸ ਸੀਗਾ ਏਜੀ ਦਾ, ਉਹ ਕਿਉਂ ਨਾ ਸੀਐਮ ਸਾਹਿਬ ਨੂੰ ਇਸ ਗੱਲ ਤੇ ਬਰੀਫ ਕਿਉਂ ਨਾ ਕੀਤਾ? ਕਿਉਂ ਨਾ ਉਹਨਾਂ ਨੇ ਦੱਸਿਆ ਵੀ ਇਹ ਇਕੱਲੇ ਸਾਈਨਾਂ ਨਾਲ ਜਿਵਨੀਆਂ ਜਾ ਰਹੀਆਂ ਜੀ, ਇਹ ਕੋਰਟ 'ਚ ਕਿਤੇ ਨਾ ਕਿਤੇ ਕੱਲ ਨੂੰ ਇਹ ਕੁਐਸਚਨ ਰੇਜ਼ ਹੋ ਸਕਦਾ ਹੈ ਜਿਹੜਾ ਹੋਇਆ। ਇਸ ਕਰਕੇ ਉਹ ਮੈਂਬਰ ਪਹਿਲਾਂ ਦੇਖੇ ਜਾ ਸਕਦੇ ਸੀ, ਚੇਅਰਮੈਨ ਦੇਖਿਆ ਜਾ ਸਕਦਾ ਸੀ। ਇਹ ਕਿਉਂ ਅੱਜ ਮੌਕਾ ਹੈ ਜਿਹੜਾ ਇਹ ਦੋਸ਼ੀ ਅੱਜ ਜਿਹੜੇ ਦੋਸ਼ੀ ਨੇ ਉਹ ਅੱਜ ਮਖੌਲ ਲਾਉਣ ਇਸ ਗੱਲ ਤੇ? ਉਦੋਂ ਬਾਅਦ ਮੈਂ ਗੱਲ ਕਰਨਾ ਚਾਹੁੰਦਾ ਵੀ ਅੱਜ ਸਾਰੇ ਹੀ ਮਿਨਿਸਟਰ ਸਾਹਿਬਾਨਾਂ ਨੂੰ ਜਿਹੜੀ ਕੈਬਨਿਟ ਹੁੰਦੀ ਹੈ, ਕੈਬਨਿਟ ਜਿਹੜੇ ਸਤਿਕਾਰਯੋਗ ਸਾਚੋ ਨੇ ਉਹ ਸਾਡੇ ਵਿੱਚੋਂ, ਉਹ ਆ ਕੇ ਬਿਲਕੁਲ ਇੱਕ ਸਾਫ਼ ਮੁੱਖ ਮੰਤਰੀ ਸਾਹਿਬ ਤਾਂ ਕਰਨਗੇ ਪਰ ਕਿਤੇ ਨਾ ਕਿਤੇ ਕੈਬਨਿਟ ਦੀ ਵੀ ਜ਼ਿੰਮੇਵਾਰੀ ਆ। ਉਹ ਅੱਜ ਆ ਕੇ ਆਪਣੀ ਸਰਕਾਰ ਦੀ ਜਿਹੜੀ ਛਵੀ ਆ ਉਹਨੂੰ ਇੱਕ ਇਹਨਾਂ ਦਾ ਜਿਹੜਾ ਫਾਰਮਰ ਕੁਲੀਗ ਆ ਜਿਹੜਾ ਉਹ ਇੱਕ ਐਡੀ ਵੱਡੀ ਢਾਹ ਹੈ ਜਿਹੜੀ ਉਹ ਹਰ ਗੱਲ ਨੂੰ ਪਿਛਲੇ ਕਈ ਦਿਨਾਂ ਤੋਂ, ਚਾਹੇ ਉਹ ਮੀਡੀਆ 'ਚ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਚਾਹੇ ਕਿਵੇਂ ਵੀ ਆ, ਉਹ ਬਹੁਤ ਵੱਡਾ ਨੁਕਸਾਨ ਆ ਜਿਹੜਾ ਉਹ ਕਰ ਰਿਹਾ। 100% ਮੈਂ ਇਸ ਗੱਲ ਨਾਲ ਖੜਾ ਹਾਂ ਅੱਜ ਵੀ ਇਹਦੇ ਵਿੱਚ ਲੈਪਸਿਸ ਹੋਏ ਆ, ਜਿਹੜਾ ਕਿ ਬਰਗਾੜੀ ਦਾ, ਬਹਿਬਲ ਕਲਾਂ ਦਾ, ਕੋਟਕਪੂਰਾ ਦਾ, ਜਿੰਨੇ ਵੀ ਇਹ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੇ ਖਾਸ ਤੌਰ ਜਿਹੜੇ ਸਿੱਖ ਨੌਜਵਾਨਾਂ ਨਾਲ ਜਿਹੜੇ ਉਹ ਸ਼ਹੀਦ ਹੋਏ ਆ, ਜੁੜੇ ਹੋਏ ਆ, ਉਹ ਅੱਜ ਬਿਲਕੁਲ ਲੋਕ ਇਹ ਕਹਿ ਰਹੇ ਆ, ਮੈਂ ਉਸੇ ਗੱਲ ਤੇ ਖੜਾ ਹਾਂ ਵੀ ਅੱਜ ਲੋਕ ਕਹਿ ਰਹੇ ਆ ਵੀ ਸਾਡੀ ਇਹ ਕਿਤੇ ਨਾ ਕਿਤੇ ਦੇਰੀ ਤੇ ਸਾਡੀ ਨਾਕਾਮੀ ਆ, ਪਰ ਉਹਨੂੰ ਦੂਰ ਕਰਨ ਲਈ ਆਪਾਂ ਰਹਿਣਾ ਤਾਂ ਕਾਂਗਰਸ 'ਚ, ਆਪਾਂ ਕਿਤੇ ਪਾਰਟੀਆਂ ਛੱਡ ਕੇ ਕਿਸੇ ਵਾਂਗੂ ਭੱਜਣਾ ਤਾਂ ਹੈ ਨਹੀਂ। ਤੇ ਇਸ ਕਰਕੇ ਤਕੜੇ ਹੋ ਕੇ ਇਸ ਗੱਲ ਨੂੰ ਆ ਕੇ ਸਾਬਤ ਕਰੋ। ਗੱਲ ਇਕੱਲੇ ਬੰਦੇ ਦੀ ਨਹੀਂ ਕਦੇ ਹੁੰਦੀ। ਸਰਕਾਰਾਂ ਜਿਹੜੀਆਂ ਚੱਲਦੀਆਂ, ਪਾਰਟੀਆਂ ਚੱਲਦੀਆਂ, ਉਹ ਸਾਰੇ ਕਲੈਕਟਿਵ ਡਿਸੀਜਨ ਨਾਲ ਸਾਰਿਆਂ ਨਾਲ ਚੱਲਦੀਆਂ ਏ ਤੇ ਇੱਕ ਬੰਦੇ ਦੀ ਜ਼ਿੰਮੇਵਾਰੀ ਨਹੀਂ ਕਿਸੇ ਦੀ ਹੋ ਸਕਦੀ। ਇਸ ਗੱਲ ਤੋਂ ਮੈਂ ਬਿਲਕੁਲ ਇਹ ਮੁਨਕਰ ਨਹੀਂ ਹੋ ਸਕਦਾ। ਸਭ ਦੀ ਜ਼ਿੰਮੇਵਾਰੀ ਹੈ। ਜਦੋਂ ਤੁਸੀਂ ਇਲੈਕਸ਼ਨਾਂ ਜਾਣਾ ਹੈ, ਕੱਲ ਨੂੰ ਜਵਾਬਦੇਹੀ ਕੱਲੇ ਐਮਐਲਏ ਦੀ ਹੋਣੀ ਆ ਜਿਹਨੇ ਇਲੈਕਸ਼ਨ ਲੜਨੀ ਹੈ, ਕੱਲੇ ਮੰਤਰੀ ਦੀ ਹੋਣੀ ਆ, ਕੱਲੇ ਕਾਂਗਰਸ ਦੇ ਵਰਕਰ ਦੀ ਹੋਣੀ ਆ। ਇਸ ਕਰਕੇ ਇਹ ਨਹੀਂ ਆਪਾਂ ਕਹਿ ਸਕਦੇ ਵੀ ਕਿਸੇ ਕੱਲੇ ਦੀ ਜ਼ਿੰਮੇਵਾਰੀ ਹੈ। ਜ਼ਿੰਮੇਵਾਰੀ ਹੈ ਤੇ ਸਭ ਦੀ ਆ ਤੇ ਜ਼ਿੰਮੇਵਾਰੀ ਲੈਣੀ ਵੀ ਸਭ ਨੂੰ ਪਊਗੀ। ਇਸ ਤੋਂ ਕੋਈ ਭੱਜ ਨਹੀਂ ਸਕਦਾ। ਜਿਹੜਾ ਭੱਜਦਾ ਭੱਜ ਜੇ, ਉਹਨਾਂ ਦੀ ਮੈਂ ਗੱਲ ਨਹੀਂ ਕਰਨੀ ਚਾਹੁੰਦਾ, ਪਰ ਦੁੱਖ ਹੁੰਦਾ ਇਹ ਬੰਦੇ ਉਹ ਨੇ ਜਿਹੜੇ 2016 ਤੋਂ ਪਹਿਲਾਂ ਜਦੋਂ ਇਹ ਐਡੀ ਵੱਡੀ ਦੁੱਖਦਾਈ ਘਟਨਾ ਹੋਈ, ਇਹ ਉਸ ਪਾਰਟੀ ਦੇ ਸਭ ਤੋਂ ਵੱਡੇ ਚਿਹਰੇ ਸੀ ਬੀਜੇਪੀ ਅਕਾਲੀ ਦਲ ਦੇ। ਇਹ ਸਰਦਾਰ ਜੀ ਸਭ ਤੋਂ ਵੱਧ ਜੇ ਕੰਪੇਨ ਕਰਦੇ ਸੀ ਉਹਨਾਂ ਦੇ ਬਾਕੀ ਸਟੇਟਾਂ 'ਚ ਵੀ ਜਾ ਕੇ, ਤਾਂ ਇਹ ਹੁੱਬ ਕੇ ਕਰਦੇ ਸੀ, ਠੋਕੋ ਤਾੜੀ ਕਰਦੇ ਸੀ। 2016 'ਚ ਜਦੋਂ 17 'ਚ ਤਾਂ ਇਲੈਕਸ਼ਨਾਂ ਹੀ ਫਰਵਰੀ 'ਚ ਆ ਗਿਆ, 16 ਨਵੰਬਰ 'ਚ ਇਹਨਾਂ ਨੇ ਕਾਂਗਰਸ ਪਾਰਟੀ 2016 'ਚ ਇਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਆ ਤੇ ਉਦੋਂ ਬਾਅਦ 4.5 ਸਾਲ ਆਪਾਂ ਇੱਧਰ ਰਹੇ, ਹਜੇ ਵੀ ਵਿੱਚ ਹੀ ਆ। ਤੇ ਹੁਣ ਜਦੋਂ ਵੀ ਸਰਕਾਰਾਂ ਜਿਹੜੀਆਂ ਕੰਮ ਕਰਦੀਆਂ, ਉਹਨਾਂ ਤੇ ਚੰਗੇ ਕੰਮ ਵੀ ਲੱਗਦੇ ਆ, ਉਹਨਾਂ ਤੇ ਮਾੜੇ ਕੰਮ ਵੀ ਲੱਗਦੇ ਆ। ਇਹ ਨਹੀਂ ਹੁੰਦਾ ਵੀ ਜਦੋਂ ਹੁਣ ਪੂਰਾ ਟਾਈਮ ਉਹਦਾ ਹੋ ਜਾਏ ਤੇ ਛਾਲ ਮਾਰ ਕੇ ਦੂਜੇ ਪਾਸੇ ਭੱਜੋ। ਇਹ ਕਿਵੇਂ ਹੋ ਸਕਦਾ? ਜ਼ਿੰਮੇਵਾਰੀ ਪੂਰੀ ਟੀਮ ਦੀ 11 ਦੇ 11 ਪਲੇਅਰਾਂ ਦੀ ਹੁੰਦੀ ਆ ਕਿ ਚਾਹੇ ਜਿਹੜੇ ਨਾਲ ਐਕਸਟਰਾ ਬੈਠੇ ਹੁੰਦੇ ਉਹਨਾਂ ਦੀ ਵੀ ਉਨੀ ਜ਼ਿੰਮੇਵਾਰੀ ਹੁੰਦੀ ਆ ਹਾਰ ਜਿੱਤ। ਇਹ ਨਹੀਂ ਹੋ ਸਕਦਾ ਵੀ ਬਾਹਰ ਨਿਕਲ ਕੇ ਕੱਲਾ ਜੇ ਹਾਰ ਕਹਿ ਦੋ ਕੱਲੇ ਕਪਤਾਨ ਦੀ ਤੇ ਜਿੱਤ ਸਾਰਿਆਂ ਦੀ, ਇਹ ਨਹੀਂ ਹੈ। ਇਸ ਕਰਕੇ ਪਹਿਲਾਂ ਵੀ ਤੁਸੀਂ ਉਹਨਾਂ ਨਾਲ ਰਹੇ ਤੇ ਜਦੋਂ ਦੇਖਿਆ ਲੋਕਾਂ ਦਾ ਹੱਲ ਕਿੱਧਰ ਨੂੰ ਆ, ਉਸ ਕਿਸ਼ਤੀ ਤੋਂ ਛਾਲ ਮਾਰ ਗਏ। ਤੇ ਹੁਣ ਜਦੋਂ ਕਾਂਗਰਸ ਪਾਰਟੀ ਜਿਨ੍ਹਾਂ ਦੀ ਸਰਕਾਰ ਬਣੀ ਹੈ, ਗੱਲ ਤਾਂ ਇਹ ਆ ਵੀ ਤੁਸੀਂ ਇਕੱਠੇ ਹੋ ਕੇ, ਲੀਡਰ ਤਾਂ ਉਹ ਹੁੰਦਾ, ਛੱਡ ਕੇ ਭੱਜਣ ਵਾਲੇ ਨੂੰ ਲੀਡਰ ਨਹੀਂ ਕਹਿੰਦੇ। ਲੀਡਰ ਉਹ ਹੁੰਦਾ ਜਿਹੜਾ ਵਿੱਚ ਬਹਿ ਕੇ ਸਾਰਿਆਂ ਨੂੰ ਇਕੱਠੇ ਹੋ ਕੇ ਕਿਸ ਤਰੀਕੇ ਨਾਲ ਇਸ ਘੜੀ ਚੋਂ ਆਪਾਂ ਨਿਕਲਣਾ, ਕਿਸ ਤਰੀਕੇ ਨਾਲ ਲੋਕਾਂ ਨੂੰ ਸੱਚਾਈ ਲੋਕਾਂ ਦੇ ਸਾਹਮਣੇ ਲੈ ਕੇ ਜਾਣੀ ਹੈ। ਗੱਲ ਤਾਂ ਉਹਦੀ ਆ। ਭੱਜਣਾ ਤਾਂ ਬਹੁਤ ਸੌਖਾ ਹੁੰਦਾ, ਭੱਜਦੇ ਤਾਂ ਕਾਇਰ ਹੁੰਦੇ ਆ। ਤੇ ਜਦੋਂ ਔਖੀ ਘੜੀ ਆਏ ਤੇ ਤੁਸੀਂ ਆਪਣੇ ਨਾਲ ਲੋਕਾਂ ਨੂੰ ਜੋੜੋ, ਐਮਐਲਏ ਮੰਤਰੀ ਸਭ ਗੱਲ ਕਰੋ ਬੈਠ ਕੇ ਵੀ ਹੁਣ ਇਸ ਹੋ ਗਿਆ ਜੋ ਹੋ ਗਿਆ, ਬਹੁਤ ਮਾੜਾ ਹੋਇਆ। ਇਹ ਸਿਰਫ ਹੋਇਆ ਇਸ ਕਰਕੇ ਆ ਵੀ ਗੱਲ ਕਿਸੇ ਤੱਕ ਪਹੁੰਚਦੀ ਨਹੀਂ। ਜੇ ਪਹੁੰਚਦੀ ਆ ਤਾਂ ਅਫਸਰ ਸਮਾਨ ਨੇ ਜਿਹੜੇ ਉਹ ਬਹੁਤ ਜ਼ਿਆਦਾ, ਮੈਂ ਸਮਝਦਾ ਕਿਤੇ ਨਾ ਕਿਤੇ ਹੋਰ ਤਰ੍ਹਾਂ ਦਾ ਜਿਹੜਾ ਵਾਤਾਵਰਨ ਆ ਉਹ ਜਚਾ ਕੇ ਰੱਖਦੇ ਆ।
मैं जिवें कहा भी इन्हां ने तो दुबारा सरकार जिहदी बन गई झोला चक के उधर तुर जाना है। इस करके झलनियां तो ये गवर्नमेंट नूं पैंदियां, पोलीटिकल बंदियां नूं पैंदियां। लोग माड़ा किसे सुनिया कदे किसे नूं माड़ा कहंदे हुंदे? लोग अज ये माड़ा कहंदे आ तो पोलीटिकल बंदियां नूं कहंदे आ। नफरत तो पोलीटिकल बंदियां नाल आ, होर किसे नाल नहीं। अफसर तो 40 साल सरकारां देख लो किन्नियां बदलदियां किन्नियां चलियां जांदियां। फैसला आप लेना पैंदा भी किहड़ा बंदा है मेरी सरकार च, किहड़ा बंदा है जिहड़ा बादलों के गुट तो बादलों नूं फड़ ले। वो बंदा लभना साडा काम सी, ओही पारखू अक वो साडा काम सी बंदे लभने भी आ बंदे ने जिहड़े गुरु दे सिख, जिहड़े गुरु दी बेअदबी दा जिहड़ा केस नूं सिरे लाउणगे। पर अज बहुत बंदे रोटियां ओहदियां सेकण दी कोशिश करदे आ, करन दो, आपां नूं ओहदा कोई फर्क नहीं, ना मैनूं कोई फर्क आ। ये बड़ा परमात्मा सच्चाई है जिहड़ी जिहदे नाल जिहड़ा सच्चा बंदा उहदे नाल सच्चाई रहिंदी है। पर भज्जण नाल अज कुछ नहीं बनना। लोग ओहनूं भी माफ नहीं करनगे जिहड़ा अज विच विचाले छड्ड के ਪਹਿਲਾਂ ਉਹਨਾਂ ਦੇ ਰਾਜ ਭਾਗ ਚ ਅੱਜ ਇਹ ਕਾਂਗਰਸ ਦੇ ਰਾਜ ਭਾਗ ਚ ਆਨੰਦ ਲੈ ਕੇ ਤੇ ਫਿਰ ਹੌਲੀ ਹੌਲੀ ਨਿਕਲਦਾ। ਫਿਰ ਇਸ ਤਰੀਕੇ ਨਾਲ ਮਾਹੌਲ ਤਿਆਰ ਕਰਨਾ, ਲੋਕਾਂ ਨੂੰ ਇਸ ਤਰੀਕੇ ਨਾਲ ਭੜਕਾਉਣਾ, ਲੋਕਾਂ ਨੂੰ ਇਸ ਤਰੀਕੇ ਨਾਲ ਉਤਾਵਲਾ ਕਰਨਾ ਵੀ ਭਾਈ ਆਹ ਗੱਲ ਆ ਜਿਹੜੀ ਮੈਂ ਤਾਂ ਬਹੁਤ ਚਿਰ ਦਾ ਇਹ ਗੱਲਾਂ ਕਰਦਾ ਸੀ ਪਰ ਮੇਰੀ ਕਿਤੇ ਵਾਹ ਨਹੀਂ ਚੱਲੀ। ਇਹ ਨਹੀਂ ਹੁੰਦਾ। ਫਿਰ ਉਹ ਲੀਡਰ ਕਾਹਦਾ ਹੈ ਜੇ ਉਹਦੀ ਵਾਹ ਨਾ ਚੱਲੇ? ਵਿੱਚ ਬਹਿ ਕੇ ਕੈਬਨਿਟ 'ਚ ਬੈਠੇ ਸੀ ਜਦੋਂ ਜਨਾਬ, ਉਦੋਂ ਕੀ ਕਰਦੇ ਸੀ? ਜਦੋਂ ਪਾਰਟੀ ਤੁਹਾਨੂੰ ਹਰ ਜਗ੍ਹਾ ਤੇ ਟੌਪ ਹਾਈਐਸਟ ਲੀਡਰਸ਼ਿਪ ਆ ਜਿਹੜੀ ਉਹ ਤੁਹਾਡੇ ਨਾਲ ਗੱਲਾਂ ਕਰਦੀ ਸੀ ਹਰ ਵੇਲੇ। ਤੇ ਇਸ ਕਰਕੇ ਇਹ ਗੱਲਾਂ ਜਿਹੜੀਆਂ ਏ ਇਸੇ ਤਰੀਕੇ ਨਾਲ ਐ ਛੁਟਕਾਰਾ ਨਹੀਂ ਪੈਣਾ। ਤੇ ਸਾਰੇ ਮੇਰੀ ਰਿਕੁਐਸਟ ਆ, ਐਮਐਲਏ ਨੇ ਇਲੈਕਸ਼ਨਾਂ 'ਚ ਲੜਨ ਜਾਣਾ, ਐਮਐਲਏ ਨੇ ਜਿਹੜੇ 117 ਨੇ ਉਦੋਂ ਬਾਅਦ ਜਿਹਨੇ ਸਭ ਤੋਂ ਪਹਿਲਾਂ ਫੇਸ ਕਰਨਾ ਹੈ, ਲੋਕਾਂ ਨੂੰ ਫੇਸ ਕਰਨਾ ਹੈ। ਸਭ ਤੋਂ ਵੱਧ ਅੱਜ ਅਸੀਂ ਇਸ ਸਥਿਤੀ 'ਚ ਲਿਆ ਕੇ ਖੜਾ ਕਰਤਾ ਵੀ ਅੱਜ ਉਹ ਲੋਕਾਂ 'ਚ ਜਾਣ ਕਿਵੇਂ ਤੇ ਆਪਾਂ ਸਾਰੇ ਇਕੱਠੇ ਹੋ ਕੇ ਬੈਠੀਏ, ਗੱਲਬਾਤ ਕਰੀਏ ਕਿਸ ਤਰੀਕੇ ਨਾਲ ਆਪਣਾ, ਕਿਸ ਤਰੀਕੇ ਨਾਲ ਜਿਹੜੀ ਪੰਜਾਬ ਦੀਆਂ ਪ੍ਰਾਪਤੀਆਂ ਉਹ ਲੋਕਾਂ 'ਚ ਲੈ ਕੇ ਜਾਣੀਆਂ। ਉਹ 'ਚ ਬੜੀ ਵੱਡੀ ਸਾਤੋਂ ਕਮੀ ਰਹਿ ਗਈ। ਅਸੀਂ ਵੀ ਉਹਦੇ ਵਿੱਚ ਆ ਵੀ ਜਿਹੜਾ ਲੋਕਾਂ ਤੱਕ ਅਸੀਂ ਕੱਲੀ ਗੱਲ ਆ ਜਿਹੜੀ ਉਹ ਲੋਕਾਂ ਜਾ ਕੇ ਦੱਸ ਨਹੀਂ ਸਕੇ ਵੀ ਅਸੀਂ ਕੀ ਕੀਤਾ। ਤੇ ਇਸ ਕਰਕੇ ਹਜੇ ਵੀ ਸਾਡੇ ਕੋਲ 8 ਮਹੀਨੇ ਦਾ ਟਾਈਮ ਆ। ਅਸੀਂ ਇਹੋ ਜਿਹੇ ਬੰਦਿਆਂ ਨੂੰ ਛੱਡ ਕੇ ਜਿਹੜੇ ਇਹ ਬਿਆਨਬਾਜ਼ੀ ਕਰਦੇ ਆ, ਆਪ ਹੀ ਜਿਹੜਾ ਮੈਂ ਇਹ ਕਿਉਂ ਕਹਿਣਾ ਵੀ ਬਾਹਰ ਨਿਕਲ ਕੇ ਇਸ ਵੇਲੇ ਸਾਰੇ ਕੈਬਨਿਟ ਕੁਲੀਗ ਦੱਸਣ ਵੀ ਇਹ ਕੀ ਕਰਦਾ ਸੀ ਭਾਈ। ਇਹ ਨਹੀਂ ਕੱਲਾ ਹੁੰਦਾ ਵਿਧਾਨ ਸਭਾ 'ਚ ਬੋਲ ਕੇ ਪੱਲਾ ਅੱਡ ਕੇ, ਉਦੋਂ ਬਾਅਦ ਤੁਸੀਂ ਕੀ ਰੋਲ ਅਦਾ ਕੀਤਾ ਹੈ। ਤੇ ਇਸ ਕਰਕੇ ਮੂਰੇ ਹੋ ਕੇ ਅੱਜ ਡਟ ਕੇ ਜਿੰਨਾ ਲੜ ਸਕਦੇ ਹੋ ਲੜੀਏ, ਜਿੰਨਾ ਜੂਝ ਸਕਦੇ ਹਾਂ ਜੂਝੀਏ, ਕਿਉਂਕਿ ਆਪਾਂ ਲੋਕਾਂ ਨੂੰ ਫੇਸ ਕਰਨਾ। ਇਸ ਕਰਕੇ ਜਿੰਨਾ ਜਲਦੀ ਦੁਬਾਰਾ ਜਿਹੜੇ ਡੁੱਲੇ ਹੋਏ ਬੇਰਾਂ ਦਾ ਕੁਝ ਨਹੀਂ ਵਿਗੜਿਆ। ਇਸ ਕਰਕੇ ਜਲਦੀ ਤੋਂ ਜਲਦੀ 8 ਮਹੀਨੇ 'ਚ ਜਿਵੇਂ ਵੀ ਕਰਨਾ, ਨਵੀਂ SIT ਬਣਨੀ ਆ, ਕੀ ਬਣਨਾ, ਕਿਹੜੇ ਅਫਸਰ, ਉਹ 'ਚ ਵੀ ਤੁਹਾਨੂੰ ਬਹੁਤ ਇਸ ਵੇਲੇ ਕਿਉਂਕਿ ਟਾਈਮ ਐਸਾ ਹੈ, ਬਹੁਤ ਔਖੇ ਫੈਸਲੇ ਜਿਹੜੇ ਕੌੜੇ ਫੈਸਲੇ ਲੈਣੇ ਪੈਣਗੇ ਤਾਂ ਲੋਕਾਂ ਦੇ ਵਿੱਚ ਦੁਬਾਰਾ ਵਿਸ਼ਵਾਸ ਆਊਗਾ। ਇਕੱਲੇ ਸ਼ੇਰੋ ਸ਼ਾਇਰੀ ਨਾਲ ਲੋਕਾਂ ਨੂੰ ਸਿਰਫ ਲੋਕਾਂ ਨੂੰ ਭੜਕਾਉਣਾ, ਲੋਕਾਂ ਨੂੰ ਗੁੰਮਰਾਹ ਕਰਨਾ, ਉਹਦੇ ਨਾਲ ਕੰਮ ਨਹੀਂ ਬਣਨਾ। ਕਿਉਂਕਿ ਦੋਨੋਂ ਪਾਸੇ ਰਾਜ ਸੱਤਾ 'ਚ ਤੁਸੀਂ ਰਹੋਗੇ, ਤੁਸੀਂ ਉਹ ਆਨੰਦ ਮਾਣਿਆ ਹੈ। ਤੇ ਮੈਂ ਦੁਬਾਰਾ ਕਹੂੰਗਾ ਵੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਮੈਂ ਬਾਰ-ਬਾਰ ਇਹ ਕਿਹਾ ਸੀ ਵੀ ਤੁਸੀਂ ਬਹੁਤ ਵੱਡਾ ਤੁਹਾਡਾ ਪਰਿਵਾਰ, ਵੱਡਾ ਤੁਹਾਡਾ ਨਾਂ, ਸਿੱਖਾਂ ਖਾਤਰ, ਪੰਜਾਬੀਆਂ ਖਾਤਰ ਤੁਸੀਂ ਅਸਤੀਫੇ ਦਿੱਤੇ। ਅੱਜ ਛੋਟੀ ਜੀ ਇਹ ਜ਼ਿੰਦਗੀ ਆ ਜਿਹਦੇ ਵਿੱਚ ਪ੍ਰਮਾਤਮਾ ਨੇ ਤੁਹਾਨੂੰ ਇੰਨਾ ਕੁਝ ਬਖਸ਼ਿਆ ਹੈ ਤੇ ਹੁਣ ਇਹ ਬਹੁਤ ਵੱਡਾ ਤੁਹਾਡੀ ਕ੍ਰੈਡੀਬਿਲਿਟੀ ਤੇ ਤੁਹਾਡੇ ਤੇ ਬਹੁਤ ਬੜਾ ਇੱਕ ਮੈਂ ਸਮਝਦਾ ਇਹ ਜ਼ਿੰਮੇਵਾਰੀ ਆ ਵੀ ਤੁਸੀਂ ਜਲਦੀ ਤੋਂ ਜਲਦੀ ਸਭ ਨੂੰ ਤੁਸੀਂ ਰਾਜ ਭਾਗ ਦਿੱਤੇ, ਸਭ ਨੂੰ ਤੁਸੀਂ ਮਿਨਿਸਟਰੀਆਂ ਦਿੱਤੀਆਂ, ਸਭ ਨੇ ਤੁਹਾਡੀ ਗੱਲ ਮੰਨੀ। ਪਰ ਅੱਜ ਔਖੇ ਵੇਲੇ ਜਦੋਂ ਔਖੀ ਘੜੀ ਆ, ਅੱਜ ਪਤਾ ਲੱਗੂ ਕੌਣ ਖੜਦਾ, ਕੌਣ ਗੱਲ ਕਰਦਾ ਤੇ ਕਿਸ ਤਰੀਕੇ ਨਾਲ ਇਹ ਕਿਸ਼ਤੀ ਨੂੰ ਆਪਾਂ ਪਾਰ ਲਾਉਨੇ ਆ। ਕਈ ਬੋਲ ਕੌੜੇ ਲੱਗ ਸਕਦੇ ਆ, ਸਖਤ ਲੱਗ ਸਕਦੇ ਆ, ਪਰ ਆਪਣਿਆਂ ਦੇ ਕਹੇ ਫਿਰ ਵੀ ਜਰ ਲਏ ਜਾਂਦੇ ਆ। ਪਰ ਜਦੋਂ ਦੁਸ਼ਮਣ ਵਾਰ ਕਰਦਾ ਏ ਤੇ ਦੁਸ਼ਮਣ ਮੈਂ ਸਮਝਦਾ ਉਹਦੇ ਤੀਰ ਬਿੰਨ ਕੇ ਰੱਖ ਦਿੰਦੇ ਆ। ਅੱਜ ਜਿਹੜੇ ਦੁਸ਼ਮਣ ਨੇ ਉਹ ਹੁਣ 4 ਮਹੀਨੇ 'ਚ ਬਹੁਤ ਕੁਝ ਕਰਨਗੇ, ਬੜੀਆਂ ਗੱਲਾਂ ਕੱਢ ਕੇ ਲਿਆਉਣਾ, ਬੈਠੇ ਰਹਿੰਦੇ ਆ ਤਾਕ ਤੇ ਇਸ ਕਰਕੇ ਉਹ ਬੰਦੇ ਬਿਲਕੁਲ ਸਿਰ ਨਾ ਚੱਕ ਸਕਣ। ਇਹ ਫੈਸਲਾ ਆਪਾਂ ਨੂੰ ਸਾਰਿਆਂ ਨੂੰ ਤੇ ਖਾਸ ਤੌਰ ਤੇ ਕੈਬਨਿਟ ਕੁਲੀਗਸ ਜਿਹੜੇ ਕੈਬਨਿਟ ਮੰਤਰੀ ਨੇ ਉਹ
मैं समझदा कैप्टन अमरिंदर सिंह जी नाल बह के आने वाले दिनों तकड़ी रणनीति किस तरीके नाल काम करना इस वेले अलग अलग होके नहीं इकट्ठे होके बह के मुकाबला करना पऊगा। जिहड़े साडे अंदर नुकसान कर रहे आ उन्हां दा भी ते जिहड़ी सच्चाई ईमानदारी है जिहड़ी गुरु ग्रंथ साहब जी दे केस दे विच ओह कढ के आपां लोकां दे मूहरे रखीए। उस तों बाद लोकां दा जो फतवा हो मंजूर हो पर सच कढ के जाना पऊ। नहीं मैं समझदा जो कुछ अज मीडिया जो कुछ लोग आपां नूं सोशल मीडिया जो कुछ कह रहे आ ਉਹ मैं समझदा अपने सहणयोग नहीं गा। ते दूजी गल असीं सहीए भी क्यों असीं कोई गुनाह कीता असीं कोई पाप कीता उन्हां दा कीता होया पाप उन्हां दे कीते होए गुनाह असीं अपने सिर ते किवें ले लांगे। ये गल मंजूर नहीं। उन्हां दे सिर उन्हां दी सजा उन्हां नूं दे के आपां नूं जाना पऊगा तां लोकां दे विच आपां जा सकांगे। यही कल्ले कल्ले मैं समझदा कांग्रेस दे वर्कर दी कल्ले कल्ले कांग्रेस के लीडर की अज यही हरेक की मंग आ भी असी ये बादलों के बोझ आ जिहड़ा वो बिल्कुल असी उहदे थल्ले भार दे दबना नहीं। इन्हां नूं सजा दे के असी जाना ते लोकां च सच्चे सुच्चे हो के अगली जिहड़ी आ आउण वाले दिनां च जिहड़ी इलैक्शन तो पहला क्योंकि इलैक्शन का वर्ड मैं यूज क्यों कर रहा क्योंकि लोग सानू मैंडेट दिंदे आ 5 साल का फतवा दिंदे आ सानू 5 साल का भी आ 5 साल च आ चीज़ां तुसीं करनियां ते उहदे विच सब तो प्रमुख साडा ये एजेंडा सी। ये गुरु ग्रंथ साहब जी का जिहड़ा है ओनू किस तरीके नाल मूहरे लोकां दे लैके जाना पापियां नूं किस तरीके नाल लोकां दे मूहरे कढना है वो सब तो वड्डा सी। ते सारे इकट्ठे होके इस चीज़ नूं सच्चाई नूं कढ के उदों उत्ते अपने लिए कुछ भी नहीं है सब गल्लां पिछे आ वो कढ के लैके आईए। ते मैं समझदा गुरु अपने आप अपने ते किरपा करू। गुरु महाराज अपने अपनी जित कराऊगा ते पर मूहरे होना पैना पिछे नहीं इस वेले पिछे नहीं मूहरे आके सारे इस गल दी सरकार दी इस जिहड़ा मैं समझदा इस वेले दो चित्ती दुविधा जिहड़ी फसी हुई आ वो चो सारे आके रल के इहनूं कढीए। धन्नवाद। देखो बड़ियां जिहड़ियां गल्लां ने